हाँ जी, अस्सलाम वालेकुम। मेरी तरफों सब ਨੂੰ ਆਦਾਬ ਕਬੂਲ ਹੋਵੇ। ਅੱਜ ਦੁਬਾਰਾ ਤੁਹਾਡੀ ਖਿਦਮਤ 'ਚ ਇੱਕ ਨਵੀਂ ਵੀਡੀਓ ਦੇ ਨਾਲ ਔਰ ਇੱਕ ਬੜੇ ਵੱਡੇ ਟਾਪਿਕ ਦੇ ਨਾਲ ਸ਼ੇਅਰ ਕਰ ਰਹੇ ਹਾਂ। ਅੱਜ ਜਨਾਬ ਸਪੇਨ ਦੇ ਵਿੱਚ ਬਾਰਸਲੋਨਾ ਦੇ ਵਿੱਚ ਅਸੀਂ ਬੈਠੇ ਹਾਂ। ਮੌਸਮ ਬਹੁਤ ਖੁਸ਼ਗਵਾਰ ਹੈ। ਬੜਾ ਟਾਈਮ ਚੱਲ ਰਿਹਾ ਸੀ ਗਰਮੀ ਦਾ, ਬਹੁਤ ਜ਼ਿਆਦਾ ਇਸ ਦਫਾ ਗਰਮੀ ਪੈ ਰਹੀ ਸੀ, ਲੇਕਿਨ ਅੱਜ ਬਾਰਿਸ਼ ਹੋ ਰਹੀ ਹੈ। ਔਰ ਇਸ ਟਾਈਮ ਮੈਂ ਜਿਸ ਟਾਈਮ ਵੀਡੀਓ ਬਣਾ ਰਿਹਾ ਇਸ ਟਾਈਮ ਵੀ ਬਾਰਿਸ਼ ਹੋ ਰਹੀ ਹੈ। ਔਰ ਓਵਰਆਲ ਜਿਹੜਾ ਗਰਮੀ ਦੀ ਸ਼ਿੱਦਤ 'ਚ ਕਮੀ ਆਈ ਹੈ, ਘਟ ਗਈ ਹੈ ਗਰਮੀ ਹੈ। ਹੁਣ ਅਸੀਂ ਟਾਪਿਕ ਦੀ ਤਰਫ ਚੱਲਾਂਗੇ। ਜਿਸ ਤਰ੍ਹਾਂ ਤੁਸੀਂ ਟਾਪਿਕ ਤੋਂ ਅੰਦਾਜ਼ਾ ਲਾਇਆ ਹੈ ਕਿ ਇਹ ਅੱਜ ਤੋਂ ਪਹਿਲੇ ਅਸੀਂ ਸੁਣਿਆ ਸੀ ਕਿ ਸੀਜ਼ਨ ਵੀਜ਼ੇ ਜਿਹੜੇ ਨੇ ਹੈ ਇਹ ਸਿਰਫ ਇਟਲੀ ਦੇ ਹੀ ਹੁੰਦੇ ਸੀ। ਹੈ ਇਟਲੀ ਤੋਂ ਮਾਮੂਮਨ ਹਰ ਦਫਾ ਇਹ ਖਬਰ ਹੁੰਦੀ ਸੀ ਕਿ ਇਟਲੀ ਦੇ ਸੀਜ਼ਨ ਵੀਜ਼ੇ ਨਿਕਲੇ ਨੇ, ਇਤਨੇ ਬੰਦੇ ਇਟਲੀ ਆ ਰਹੇ ਨੇ ਸੀਜ਼ਨ ਵੀਜ਼ੇ ਤੇ ਹੈ। ਲੇਕਿਨ ਹੁਣ ਅਸੀਂ ਜਿਹੜਾ ਸਿਲਸਿਲਾ ਸਾਡਾ ਚੱਲ ਰਿਹਾ ਸੀ ਹੈ ਕਿ ਜਿਹੜੇ ਐਕਸਟranjeria ਨੇ ਸਪੇਨ ਦੀ ਮਿਨਿਸਟਰੀ ਨੇ ਕਵਾਨੀਨ ਚੇਂਜ ਕੀਤੇ ਨੇ, ਉਹ ਅਸੀਂ ਵਾਰੀ ਵਾਰੀ ਸਾਰਿਆਂ ਨੂੰ ਡਿਸਕਸ ਕਰ ਰਹੇ ਹਾਂ। ਔਰ ਡਿਸਕਸ ਕਰਦੇ ਕਰਦੇ ਇਹ ਵੀ ਬੜੀ ਤਬਦੀਲੀ ਜਿਹੜੀ ਹੈ ਉਹ ਵੀ ਆਈ ਹੈ ਕਿ ਅਸੀਂ ਇਸ ਟਾਪਿਕ ਉੱਤੇ ਵੀ ਡਿਸਕਸ ਕਰੀਏ। ਨਾਰਮਲੀ ਜਿਹੜੇ ਲੋਕ ਜ਼ਮੀਨਦਾਰੀ 'ਚ ਕੰਮ ਕਰਦੇ ਨੇ ਇਹ ਸਿਰਫ ਤੁਹਾਨੂੰ ਪਤਾ ਸੀਜ਼ਨ ਵੀਜ਼ੇ ਉਹਨਾਂ ਦੇ ਹੀ ਹੁੰਦੇ ਨੇ। ਇਹ ਹੁਣ ਸਪੇਨ ਨੇ ਵੀ ਸ਼ੁਰੂ ਕੀਤੇ ਨੇ। ਥੋੜੀ ਬਹੁਤ ਵਿੱਚ ਤਬਦੀਲੀ ਕੀਤੀ ਇਸ ਸਿਲਸਿਲਾ ਦੇ ਪਹਿਲੇ ਸੀ ਹੈ, ਲੇਕਿਨ ਅਮੂਮਨ ਸਾਡੇ ਬੰਦਿਆਂ ਨੂੰ ਆਮ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਖਬਰ ਨਹੀਂ ਸੀ ਹੁੰਦੀ, ਪਤਾ ਨਹੀਂ ਸੀ ਹੁੰਦਾ ਹੈ। ਬਾਕੀ ਜਿਹੜੇ ਆਖਰੀ ਸਾਲ ਗੁਜ਼ਰੇ ਨੇ ਸਪੇਨ ਦੇ 10-12 ਸਾਲ 10-11 ਸਾਲ ਤਕਰੀਬਨ ਕ੍ਰਾਈਸਿਸ ਦਾ ਦੌਰ ਸੀ ਹੈ, ਵਰਕਰ ਬੇਸ਼ੁਮਾਰ ਸੀ ਹੈ ਔਰ ਕੰਮ ਘੱਟ ਸੀ ਹੈ, ਤੇ ਉਸ ਦੀ ਵਜ੍ਹਾ ਤੋਂ ਫਿਰ ਇਸ ਤਰ੍ਹਾਂ ਦੇ ਵੀਜ਼ੇ ਲੱਗਣ ਦੇ ਚਾਂਸਿਸ ਵੀ ਘੱਟ ਹੁੰਦੇ ਸੀ ਹੈ। ਹੁਣ ਇਸ ਟਾਈਮ ਜੋ ਬੰਦਾ ਵੀ ਸਪੇਨ 'ਚ ਰਹਿ ਰਿਹਾ ਉਹਨੂੰ ਪਤਾ ਹੈ ਕਿ ਇਸ ਟਾਈਮ ਹਾਲਾਤ ਬਹੁਤ ਬਿਹਤਰ ਨੇ, ਕੰਮ ਬਹੁਤ ਜ਼ਿਆਦਾ ਹੈ, ਵਰਕਰ ਮਿਲ ਨਹੀਂ ਰਿਹਾ ਹੈ, ਤੇ ਉਸ ਦੀ ਵਜ੍ਹਾ ਤੋਂ ਵੀ ਇਹਨਾਂ ਵੀਜ਼ਿਆਂ ਦੇ ਲੱਗਣ ਦੇ ਚਾਂਸਿਸ ਬਹੁਤ ਹੀ ਆਸਾਨ ਨੇ। ਜਿਹੜੇ ਲੋਕ ਜ਼ਿਮੀਂਦਾਰਾ ਕੰਮ ਕਰਦੇ ਨੇ, ਐਗਰੀਕਲਚਰ ਦਾ ਕੰਮ ਕਰਦੇ ਨੇ, ਉਹ ਇਸ ਚੀਜ਼ ਨੂੰ ਹੋ ਸਕਦਾ ਉਹਨਾਂ ਨੂੰ ਪਤਾ ਹੋਵੇ। ਜੇ ਨਹੀਂ ਵੀ ਪਤਾ ਤਾਂ ਤੁਸੀਂ ਪਤਾ ਕਰਵਾਓ। ਇਹ ਖਬਰ ਹੈ ਵੇ, ਉਹਦੇ 'ਚ ਕਾਨੂੰਨ 'ਚ ਵੀ ਬੜੀ ਤਬਦੀਲੀ ਆਈ ਹੈ ਇਸ ਦੇ ਬਾਰੇ ਹੈ। ਤੁਸੀਂ ਅਮੂਮਨ ਦੇਖੋ ਨਾ, ਤੁਸੀਂ ਕਦੇ ਆਗਿਲ ਵਾਲੀ ਸਾਈਡ 'ਤੇ ਜਾਓ, ਕੁਰਦੁਆਰਾ ਵਾਲੀ ਸਾਈਡ 'ਤੇ ਜਾਓ, ਜਿਸ ਜਗ੍ਹਾ 'ਤੇ ਬਹੁਤ ਜ਼ਿਆਦਾ ਜ਼ਮੀਨਦਾਰੀ ਦਾ ਕੰਮ ਹੈ, ਤੁਸੀਂ ਦੇਖੋਗੇ ਕਿ ਕਈ ਕਈ ਜਗ੍ਹਾ 'ਤੇ 100-100 150-150 ਮਰੋਕੀ ਲੋਕ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਖਾਸ ਕਰਕੇ ਮਰੋਕੀ ਜ਼ਨਾਨੀਆਂ ਔਰਤਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਇਸ ਫੀਲਡ 'ਚ ਕੰਮ ਕਰ ਰਹੀਆਂ ਨੇ। ਤੇ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਇਤਨਾ ਜ਼ਿਆਦਾ ਲੋਕ ਕਿੱਥੋਂ ਇਹਨਾਂ ਨੇ ਇੰਨਾ ਵਰਕਰ ਇਕੱਠਾ ਕਰ ਲਿਆ ਹੈ ਔਰ ਕਿੱਥੋਂ ਇਹ ਲੋਕ ਆ ਗਏ ਨੇ। ਔਰ ਇਹ ਮਜ਼ੇ ਦੀ ਗੱਲ ਜਿਹੜੀ ਹੈ ਵੇ ਕਿ ਇਸ ਕਾਨੂੰਨ ਤੋਂ ਸਭ ਤੋਂ ਜ਼ਿਆਦਾ ਫਾਇਦਾ ਵੀ ਮਰੋਕੀ ਲੋਕ ਉਠਾ ਰਹੇ ਨੇ। ਹੁਣ ਤੁਸੀਂ ਕਹਿ ਰਹੇ ਹੋਗੇ ਕਿ ਅੱਗੇ ਪਿੱਛੇ ਦੀਆਂ ਚੱਕਰ ਕੀ ਹੈ, ਗੱਲ ਕੀ ਹੈ, ਕਿਸ ਤਰ੍ਹਾਂ ਬੰਦਾ ਅਪਲਾਈ ਕਰ ਸਕਦਾ, ਕੀ ਵੀਜ਼ਾ ਹੋਵੇਗਾ, ਉਹਦੀ ਕੀ ਰਿਕੁਆਇਰਮੈਂਟ ਹੋਵੇਗੀ, ਔਰ ਉਹ ਕਿਹਾ ਕੁਝ ਮਹੀਨਿਆਂ ਦਾ ਵੀਜ਼ਾ ਹੁੰਦਾ ਹੈ। ਇਸ ਦੇ ਉੱਤੇ ਸਪੇਨ ਦੇ ਕਾਨੂੰਨ ਨੇ ਬੜੀ ਤਫਸੀਲੀ ਦੇ ਨਾਲ ਰੋਸ਼ਨੀ ਡਾਲੀ ਹੈ, ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਹ ਇਹ ਵੇ ਕਿ ਕੋਈ ਵੀ ਜ਼ਮੀਨ ਦਾ ਮਾਲਕ ਜਿਹੜੇ ਕੋਲੇ ਜ਼ਿਮੀਂਦਾਰੀ ਦਾ ਕੰਮ ਹੁੰਦਾ ਹੈ, ਐਗਰੀਕਲਚਰ ਦਾ ਕੰਮ ਹੁੰਦਾ ਹੈ, ਜਾਂ ਕਿਸੇ ਤੁਹਾਨੂੰ ਪਤਾ ਸਪੇਨ 'ਚ ਅਮੂਮਨ ਜ਼ੈਤੂਨ ਦਾ ਬਹੁਤ ਜ਼ਿਆਦਾ ਕੰਮ ਹੈ, ਅੰਗੂਰਾਂ ਦਾ ਬਹੁਤ ਜ਼ਿਆਦਾ ਕੰਮ ਹੈ, ਸਟ੍ਰਾਬੇਰੀ ਦਾ ਬਹੁਤ ਜ਼ਿਆਦਾ ਕੰਮ ਹੈ, ਆਖੋ ਦਾ ਬਹੁਤ ਜ਼ਿਆਦਾ ਕੰਮ ਹੈ, ਲਸਣ ਜਿਹਨੂੰ ਕਹਿੰਦੇ ਨੇ ਜੀ। ਔਰ ਇਹ ਜਿਹੜੇ ਇਹ ਸਾਰੇ ਕੰਮਾਂ ਵਿੱਚ ਬੰਦਿਆਂ ਕੋਲ ਜਿਹੜੇ ਇਹਨਾਂ ਦੇ ਮਾਲਕ ਹੁੰਦੇ ਇਹਨਾਂ ਕੋਲ ਬਹੁਤ ਬਹੁਤ ਜ਼ਮੀਨ ਹੁੰਦੀ ਹੈ। ਔਰ ਉਹਨਾਂ ਨੂੰ ਹਰ ਦਫਾ ਹੁਣ ਵਰਕਰ ਦੀ ਸ਼ਾਰਟੇਜ ਆ ਰਹੀ ਹੈ। ਉਹ ਮਿਨਿਸਟਰੀ 'ਚ ਅਪਲਾਈ ਕਰਨਗੇ ਜੀ, ਮੈਨੂੰ ਫਰਜ਼ ਕਰੋ 10 ਬੰਦੇ ਚਾਹੀਦੇ ਨੇ, 20 ਚਾਹੀਦੇ ਨੇ, ਜਾਂ 50 ਬੰਦੇ ਮੈਨੂੰ ਚਾਹੀਦੇ ਨੇ ਹੈ, ਉਹ ਮੇਰੇ ਕੋਲ ਵਰਕਰ ਦੀ ਸ਼ਾਰਟੇਜ ਹੈ। ਔਰ ਉਸ ਦੀ ਬੇਸ ਤੇ ਉਹ ਮਿਨਿਸਟਰੀ ਜਿਹੜੀ ਹੈ ਉਹਨਾਂ ਦੇ ਉਹਦੀ ਸਾਰੀ ਜਾਂਚ ਪੜਤਾਲ ਕਰਕੇ ਉਹ ਸਾਰੇ ਪ੍ਰੋਸੈਸ ਜਾ ਕੇ ਤੇ ਉਹ ਉਸਦੇ ਵੀਜ਼ੇ ਜਾਰੀ ਕਰੇਗੀ। ਉਹ ਦੱਸੇਗਾ ਕਿ ਇਹ ਬੰਦੇ ਨੇ ਪਾਕਿਸਤਾਨ ਦੇ ਮਿਸਾਲ ਤੌਰ 'ਤੇ ਬੰਦੇ ਨੇ, ਜਾਂ ਮੋਰੋਕੋ ਦੇ ਨੇ, ਜਾਂ ਕਿਸੇ ਲੈਟਿਨ ਅਮਰੀਕਾ ਦੇ ਬੰਦੇ ਨੇ, ਜਿੱਥੋਂ ਦੇ ਵੀ ਨੇ, ਇਹ ਮੈਨੂੰ ਚਾਹੀਦੇ ਨੇ, ਇਹ ਇਹਨਾਂ ਦੇ ਡਾਕੂਮੈਂਟਸ ਨੇ, ਇਹ ਸਾਰੀ ਚੀਜ਼ ਹੈ, ਅਤੇ ਤੁਸੀਂ ਇਹਨਾਂ ਨੂੰ ਵੀਜ਼ਾ ਦੇਵੋ ਹੈ। ਉਹ ਫਿਰ ਉਹਨਾਂ ਵਾਸਤੇ ਸਪੈਸ਼ਲ ਸੀਜ਼ਨ ਵੀਜ਼ਾ ਲੱਗੇਗਾ। ਉਹ ਸਰ ਸੀਜ਼ਨ ਵੀਜ਼ਾ ਜਿਹੜਾ ਹੁੰਦਾ ਉਹ 4 ਸਾਲ ਦਾ ਵੀਜ਼ਾ ਹੋਵੇਗਾ, ਜਿਹਦੇ ਵਿੱਚ ਤੁਸੀਂ ਵਰਕਰਾਂ ਨੇ ਆਉਣਾ ਹੈ, ਆ ਕੇ ਸੀਜ਼ਨ 'ਚ ਕੰਮ ਕਰਨਾ ਹੈ। ਹੁਣ ਉਹਦੀ ਜਿਹੜੀ ਸਭ ਤੋਂ ਉਸ ਸੀਜ਼ਨ ਵੀਜ਼ੇ ਦੀ ਵੱਡੀ ਗੱਲ ਜਿਹੜੀ ਹੈ ਉਹ ਇਹ ਵੇ ਕਿ ਜਿਉਂ ਹੀ ਕੰਮ ਖਤਮ ਹੋਵੇਗਾ, 2 ਮਹੀਨੇ ਦਾ, 4 ਮਹੀਨੇ ਦਾ, 6 ਮਹੀਨੇ ਦਾ ਜਿਹੜਾ ਉਹਦਾ ਕੰਮ ਹੋਵੇਗਾ, ਕੰਮ ਖਤਮ ਹੋਵੇਗਾ, ਤੁਸੀਂ ਵਾਪਸ ਚਲੇ ਜਾਣਾ ਹੈ ਔਰ ਨੈਕਸਟ ਸੀਜ਼ਨ ਦੇ ਵਿੱਚ ਤੁਸੀਂ ਦੁਬਾਰਾ ਆ ਕੇ ਕੰਮ ਕਰਨਾ ਹੈ। ਕਿਉਂਕਿ ਅਗਰ ਨਹੀਂ ਕਰੋਗੇ ਤੇ ਫਿਰ ਉਹ ਨਾਰਮਲ ਡਾਕੂਮੈਂਟਸ ਦੀ ਤਰਫ ਥੋੜ੍ਹਾ ਜਿਹੜਾ ਰਸਤਾ ਹੈ ਉਹ ਖਤਮ ਹੋ ਜਾਏਗਾ।
ਉਹ ਤੁਸੀਂ ਨਾਰਮਲ ਡਾਕੂਮੈਂਟਸ ਨਹੀਂ ਲੈ ਸਕੋਗੇ। ਯਾਨੀ ਕਿ ਤੁਸੀਂ ਵਾਪਸ ਜਾਣਾ ਹੈ ਔਰ ਨੈਕਸਟ ਸੀਜ਼ਨ 'ਚ ਉਹੀ ਮਾਲਕ ਤੁਹਾਨੂੰ ਦੁਬਾਰਾ ਬੁਲਾਏਗਾ ਔਰ ਉਹ ਹੀ ਫਿਰ ਤੁਸੀਂ ਜਿਹੜਾ ਦੁਬਾਰਾ ਕੇ ਕੰਮ ਕਰੋਗੇ, ਫਿਰ ਆਪਣਾ ਸੀਜ਼ਨ ਲਾਓਗੇ, ਫਿਰ ਵਾਪਸ ਚਲੇ ਜਾਓਗੇ। ਇਹ 4 ਸਾਲ ਦਾ ਵੀਜ਼ਾ ਹੋਵੇਗਾ ਜਿਹਦੇ ਨਾਲ ਤੁਸੀਂ ਵਾਪਸ ਜਾਣਾ ਹੋਵੇਗਾ, ਫਿਰ ਆਉਣਾ ਹੋਵੇਗਾ। ਇਹਦੇ 'ਚ ਮਲਟੀਪਲ ਐਂਟਰੀ ਹੋਵੇਗੀ ਹੈ। ਉਸ ਤੋਂ ਬਾਅਦ ਮਾਲਕ ਨੂੰ ਇਸ ਤੋਂ ਇਲਾਵਾ ਤੁਹਾਡੇ ਵਾਸਤੇ ਕੀ ਕਰਨਾ ਪਵੇਗਾ? ਵਰਕਰਸ ਵਾਸਤੇ ਇੱਕ ਤਾਂ ਮਕਾਨ ਆਪਣੇ ਲੈਣੇ, ਜਿਸ ਹਿਸਾਬ ਦੇ ਵਰਕਰ ਹੋਣਗੇ ਉਸ ਹਿਸਾਬ ਦਾ ਉਹਨੂੰ ਮਕਾਨ ਲੈਣਾ ਪਵੇਗਾ, ਜਿਹੜਾ ਮਿਨਿਸਟਰੀ 'ਚ ਸਾਬਤ ਕਰਨਾ ਪਵੇਗਾ ਕਿ ਇਹ ਬੰਦੇ ਜਿਹੜੇ ਨੇ ਇਹ ਇਸ ਮਕਾਨ 'ਚ ਆ ਕੇ ਰਹਿਣ ਕਰਨਗੇ ਔਰ ਇਹਨਾਂ ਦਾ ਸਾਰਾ ਇੰਤਜ਼ਾਮ ਮੇਰੇ ਜ਼ਿੰਮੇ ਹੋਵੇਗਾ। ਕਿਉਂਕਿ ਕੋਈ ਵੀ ਮਿਨਿਸਟਰੀ ਹੈ ਉਹ ਜਦੋਂ ਬੰਦੇ ਪਿੱਛੋਂ ਬੁਲਾਉਂਦੀ ਹੈ ਤਾਂ ਉਹ ਪਹਿਲਾ ਸਵਾਲ ਹੀ ਇਹ ਹੁੰਦਾ, ਤੁਸੀਂ ਕੋਈ ਇੱਕ ਫੈਮਿਲੀ ਲਾ ਦੇ ਵਿੱਚ ਜਾਓ ਨਾ, ਕਿ ਜਿਹੜੇ ਬੰਦੇ ਫੈਮਿਲੀ ਅਪਲਾਈ ਕਰਦੇ ਨੇ ਤੇ ਉਹਨਾਂ ਕੋਲ ਇਹ ਪੁੱਛਦੇ ਨੇ ਕਿ ਹਾਂਜੀ ਤੁਹਾਡੀ ਫੈਮਿਲੀ ਇੱਥੇ ਆ ਕੇ ਕਿੱਥੇ ਰਹੇਗੀ। ਉਹ ਫਿਰ ਉਹ ਮਕਾਨ ਦੇ ਸਾਰੀ ਇਨਫੋਰਮੇਸ਼ਨ ਲੈ ਕੇ ਉਹਦੇ ਇਨਫੋਰਮੇ ਲੈ ਕੇ ਸੈਟਿਸਫਾਈ ਹੁੰਦੇ ਨੇ, ਫਿਰ ਇੱਕ ਪ੍ਰੋਸੈਸ ਸ਼ੁਰੂ ਕਰਦੇ ਨੇ। ਇਸ ਗੱਲੇ ਉਹ ਉਹਨਾਂ ਦੇ ਜਿਹੜੇ ਬੰਦੇ ਆਉਣਗੇ ਉਹਨਾਂ ਦੀ ਰਹਿائش ਵੀ ਮਾਲਕ ਦੇ ਜ਼ਿੰਮੇ ਹੋਵੇਗੀ। ਪਲੱਸ ਦੂਸਰਾ ਵੱਡਾ ਕੁਐਸਚਨ ਸਵਾਲ ਜਿਹੜਾ ਮਿਨਿਸਟਰੀ ਆ ਉਠਾਉਂਦੀ ਹੈ ਕਿ ਜਨਾਬ ਇਹ ਬੰਦੇ ਨਾਲ ਤੁਸੀਂ ਗੱਲਾਂ ਬਾਤਾਂ ਕਿਸ ਤਰ੍ਹਾਂ ਕਰੋਗੇ, ਕਿਹੜੀ ਜ਼ਬਾਨ 'ਚ ਕਰੋਗੇ। ਉਹ ਜਿਹੜਾ ਇੰਸਟਰਕਟਰ ਬੰਦਾ ਹੋਵੇਗਾ ਉਹ ਵੀ ਉਸ ਮਾਲਕ ਨੂੰ ਹਾਇਰ ਕਰਨਾ ਪਵੇਗਾ। ਜੀ ਮੈਂ ਫਰਜ਼ ਕਰੋ ਪਾਕਿਸਤਾਨ ਤੋਂ ਬੰਦੇ ਬੁਲਾ ਰਿਹਾ, 10 ਬੰਦੇ ਨੇ ਜਾਂ 20 ਬੰਦੇ ਨੇ ਜਾਂ 25 ਬੰਦੇ ਨੇ, ਤੇ ਇਹਨਾਂ ਨਾਲ ਅਗਰ ਮੈਂ ਉਰਦੂ ਜਾਂ ਪੰਜਾਬੀ 'ਚ ਗੱਲ ਕਰਾਂਗਾ ਤੇ ਇਹ ਬੰਦਾ ਜਿਹੜਾ ਇਹਦਾ ਇੰਸਟਰਕਟਰ ਹੋਵੇਗਾ ਇਹ ਸਪੈਨਿਸ਼ ਵੀ ਬੋਲੇਗਾ ਤੇ ਉਹਨਾਂ ਨੂੰ ਉਹਨਾਂ ਦੀ ਜ਼ਬਾਨ 'ਚ ਦੱਸੇਗਾ। ਇੰਸਟਰਕਟਰ ਵੀ ਲਾਜ਼ਮੀ ਹੋਵੇਗਾ। ਹੁਣ ਜਿਹੜੇ ਬੰਦੇ ਆ ਜਾਣਗੇ ਉਹਨਾਂ ਦਾ ਅੱਗੋਂ ਕੀ ਚੱਕਰ ਹੋਵੇਗਾ, ਉਹ ਅੱਗੋਂ ਲੀਗਲ ਕਿਸ ਤਰ੍ਹਾਂ ਹੋਣਗੇ, ਉਹ ਇਹ ਹੀ ਤਰੀਕਾ ਕਿ 4 ਸਾਲ ਤੁਸੀਂ ਆਉਂਦੇ ਜਾਂਦੇ ਰਹਿਣਾ ਕਰਨਾ ਹੈ। ਜਿਹੜੇ ਬੰਦੇ ਆ ਜਾਣਗੇ ਜ਼ਿਮੀਂਦਾਰੀ ਵੀਜ਼ੇ ਤੇ, ਜਿਹੜੇ ਭਰਾ ਜ਼ਿਮੀਂਦਾਰੀ 'ਚ ਕੰਮ ਕਰ ਰਹੇ ਨੇ ਉਹਨਾਂ ਨੂੰ ਕਹੋ, ਮਾਲਕਾਂ ਨੂੰ ਕਹੋ ਇਨਫੋਰਮੇਸ਼ਨ ਲੈਣ ਹੈ ਮਿਨਿਸਟਰੀ ਜਾ ਕੇ ਹੈ ਜਾਂ ਆਪਣੇ ਕਿਸੇ ਇਸ ਤਰ੍ਹਾਂ ਹੇਰੇ ਦੇ ਸਪੈਸ਼ਲਿਸਟ ਵਕੀਲ ਨਾਲ ਗੱਲ ਕਰਨ ਹੈ। ਉਹਨਾਂ ਨੂੰ ਇਸ ਸ਼ਿਕ ਦਾ ਪਤਾ ਹੋਵੇਗਾ। ਉਹਨਾਂ ਨੂੰ ਦੱਸੋ ਕਿ ਮਰੋਕੀ ਹਜ਼ਾਰਾਂ ਦੀ ਤਾਦਾਦ 'ਚ ਆਉਂਦੇ ਪਏ ਨੇ, ਮਰੋਕੀ ਆਹੀ ਕੰਮ ਕਰਦੇ, ਖਾਸ ਕਰਕੇ ਮਰੋਕੀਆਂ ਦੀਆਂ ਜਨਾਨੀਆਂ ਜਿਹੜੀਆਂ ਮਰੋਕਣਾ ਨੇ ਉਹ ਸਾਰੀਆਂ ਆਹੀ ਕੰਮ ਕਰਦੀਆਂ ਨੇ। ਤੇ ਸਰ ਤੁਸੀਂ ਉਹ ਜਿਹੜਾ 4 ਸਾਲ ਆਉਂਦਿਆਂ ਜਾਂਦੇ ਨੇ, ਜਿਉਂ ਹੀ ਤੁਹਾਡੇ 4 ਸਾਲ ਕੰਪਲੀਟ ਹੋਣਗੇ ਤੇ ਤੁਸੀਂ ਜਾ ਕੇ ਏਰੀਆ 'ਚ ਜਾ ਕੇ ਆਪਣਾ ਡਾਕੂਮੈਂਟਸ ਜਮ੍ਹਾਂ ਕਰਾਣੇ ਨੇ ਕਿ ਦੇਖੋ ਜੀ ਮੈਨੂੰ 4 ਸਾਲ ਹੋ ਗਏ ਨੇ, ਮੈਂ ਸੀਜ਼ਨ ਵੀਜ਼ੇ 'ਤੇ ਆਉਂਦਾ ਜਾਂਦਾ ਰਿਹਾ ਵਾਂ ਤੇ ਹੁਣ ਜਿਹੜਾ ਮੈਂ ਨਾਰਮਲ ਡਾਕੂਮੈਂਟਸ ਲੈਣਾ ਚਾਹੁੰਦਾ। ਕਿਉਂਕਿ ਇਸ ਤਰ੍ਹਾਂ ਤੁਸੀਂ ਸਿਰਫ ਉਸੇ ਮਾਲਕ 'ਤੇ ਡਿਪੈਂਡ ਕਰੋਗੇ, ਉਸ ਤੋਂ ਇਲਾਵਾ ਤੁਸੀਂ ਕਿਸੇ 'ਤੇ ਕੰਮ ਵੀ ਨਹੀਂ ਕਰ ਸਕਦੇ ਔਰ ਤੁਸੀਂ ਆਉਣਾ ਸੀਜ਼ਨ ਲਾ ਕੇ ਜਾਣਾ। ਹਾਂ, ਜਿਹੜੇ ਬੰਦੇ ਵਾਪਸ ਨਹੀਂ ਜਾਣਗੇ ਉਹਨਾਂ ਕੋਲ ਕੋਈ ਅਥਾਰਟੀ ਨਹੀਂ ਹੋਵੇਗੀ ਉਹ ਨਾਰਮਲ ਪੇਪਰ ਅਪਲਾਈ ਕਰਨ ਦੀ ਹੈ। ਉਹ ਇਸ ਬੇਸ ਤੇ ਆਪਣੇ ਨਾਰਮਲ ਪੇਪਰ ਲੈ ਸਕਦੇ ਨੇ। ਇਹ ਬਹੁਤ ਹੀ ਵੱਡੀ ਤਬਦੀਲੀ ਹੈ ਸਪੈਨਿਸ਼ ਲਾ ਦੇ ਮੁਤਾਬਕ ਹੈ। ਜਿਹੜੇ ਲੋਕ ਇਸ ਤੋਂ ਫਾਇਦਾ ਉਠਾਉਣਾ ਚਾਹੁੰਦੇ ਨੇ, ਅਸੀਂ ਬਾਰਸਲੋਨਾ 'ਚ ਰਹਿ ਰਹੇ ਹਾਂ, ਸਾਡੇ ਤੇ ਅਮੂਮਨ ਇਤਨੇ ਉਸ ਹਿਸਾਬ ਦੇ ਸੋਰਸਿਸ ਨਹੀਂ ਹਨ ਕਿ ਬੰਦਾ ਕੋਸ਼ਿਸ਼ ਕਰੇ। ਲੇਕਿਨ ਜਿਹੜੇ ਲੋਕ ਸਾਡੇ ਜ਼ਮੀਨਦਾਰ ਦਾ ਕੰਮ ਕਰਨ ਵਾਲੇ ਨੇ, ਸਰਾਗੋਸਾ, ਕੁਰਤਬਾ, ਅੰਦਾਲੂਸੀਆ, ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਇਸ ਚੀਜ਼ ਦਾ ਪਤਾ ਕਰਨ ਹੈ ਆਪਣੇ ਮਾਲਕਾਂ ਨਾਲ ਬਹਿ ਕੇ, ਉਹਨਾਂ ਨੂੰ ਦੱਸਣ ਕਿ ਇਹ ਲਾ ਆਇਆ, ਨਵਾਂ ਕਾਨੂੰਨ ਹੈ। ਜਿਹੜੇ ਹੁਣ 16 ਅਗਸਤ 2022 ਚ ਮਿਨਿਸਟਰੀ ਨੇ ਕਾਨੂੰਨ ਪਾਸ ਕੀਤੇ ਨੇ, ਪਹਿਲੇ ਵੀ ਕਾਨੂੰਨ ਸੀ, ਇਹਦੇ 'ਚ ਥੋੜ੍ਹੀਆਂ ਜਿਹੀਆਂ ਆਸਾਨੀਆਂ ਪੈਦਾ ਕੀਤੀਆਂ ਨੇ। ਅਗਰ ਕੋਈ ਮਰੋਕੀ ਬਗੈਰ ਲੋਕ ਤੁਹਾਡੇ ਨਾਲ ਕੰਮ ਕਰਦੇ ਨੇ ਜ਼ਿਮੀਂਦਾਰੀ 'ਚ, ਤੁਸੀਂ ਉਹਨਾਂ ਨਾਲ ਗੱਪਸ਼ਪ ਲਾਓ, ਯਾਰ ਤੁਸੀਂ ਕਿਸ ਤਰ੍ਹਾਂ ਮੰਗਾ ਲੈਂਦੇ ਹੋ, ਇੰਨੇ ਬੰਦੇ ਆ। ਤੁਹਾਨੂੰ ਫਿਰ ਮਜ਼ੀਦ ਡਿਟੇਲ ਥੋੜ੍ਹੀ ਜਿਹੀ ਸਮਝ ਆ ਜਾਏਗੀ ਕਿ ਵਾਕਿਆ ਪਹਿਲੇ ਹੀ ਕਾਨੂੰਨ ਸੀ, ਹੋਰ ਨਾ ਹੁਣ ਉਹਨਾਂ ਨੇ ਬਹੁਤ ਆਸਾਨੀ ਕਰ ਛੜੀ। ਹੁਣ ਤਾਂ ਆਸਾਨ ਕਰ ਛੜਿਆ, 4 ਸਾਲ ਦਾ ਵੀਜ਼ਾ ਲਗਵਾਓ ਔਰ ਆ ਜਾਓ ਨਾ, ਤੇ ਆ ਕੇ ਕੰਮ ਕਰਕੇ ਸੀਜ਼ਨ ਵੀਜ਼ਾ ਲਾ ਕੇ ਚਲੇ ਜਾਓ। ਇਹ ਬਹੁਤ ਵੱਡੀ ਇਨਫੋਰਮੇਸ਼ਨ ਹੈ, ਮੈਨੂੰ ਮਿਲੀ ਸੀ, ਮੈਂ ਕਿਹਾ ਤੁਹਾਡੇ ਨਾਲ ਸਾਰੇ ਨਾਲ ਸਾਂਝੀ ਕਰਾਂ। ਟੇਕ ਕੇਅਰ, ਅੱਲਾ ਹਾਫਿਜ਼, ਫੀ ਅਮਾਨ ਅੱਲਾ।